ਅੱਜ ਆਪਾਂ ਦਿੱਲੀ ਸ਼ਿੰਗੂ ਬਾਰਡਰ ਤੇ ਲੱਗੇ ਹੋਏ ਮੋਰਚੇ ਦੇ ਵਿੱਚ ਪਹੁੰਚੇ ਹਾਂ ਤੇ ਕੁਛ ਕਹੀਏ ਟੀਵੀ ਚੈਨਲ ਦੇ ਵੱਲੋਂ ਉੱਥੋਂ ਦਾ ਜੋ ਵੀ ਉਸ ਵਕਤ ਦਾ ਨਜ਼ਾਰਾ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਤੇ ਆਪਾਂ ਸਾਡੀ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਸਰਦਾਰ ਤਲਵਿੰਦਰ ਸਿੰਘ ਉਹਨਾਂ ਦੇ ਨਾਲ ਆਪਾਂ ਅੱਜ ਦੀ ਤਾਜ਼ਾ ਸਥਿਤੀ ਦੇ ਬਾਰੇ ਜਾਣਕਾਰੀ ਲੈਂਦੇ ਹਾਂ ਕਿ ਅੱਜ ਜਿਹੜਾ ਕੱਲ੍ਹ ਭਾਰਤ ਬੰਦ ਸੀ, ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਕਿਸਾਨ ਯੂਨੀਅਨ ਵੱਲੋਂ ਤੇ ਰਾਤ ਨੂੰ ਇੱਕ ਸਾਡੇ ਜਿਹੜੇ ਕੇਂਦਰੀ ਵਿੱਤ ਮੰਤਰੀ ਹੈਗੇ ਅਮਿਤ ਸ਼ਾਹ ਉਹਨਾਂ ਵੱਲੋਂ ਇੱਕ ਮੀਟਿੰਗ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਰੱਖੀ ਗਈ ਸੀਗੀ। ਉਹਦੀ ਤਾਜ਼ਾ ਜਾਣਕਾਰੀ ਲੈਂਦੇ ਹਾਂ ਆਪਾਂ। ਸਰਦਾਰ ਤਲਵਿੰਦਰ ਸਿੰਘ ਜੀ, ਕੱਲ੍ਹ ਜੋ ਕੁਛ ਹੋਇਆ, ਕੱਲ੍ਹ ਭਾਰਤ ਬੰਦ ਦਾ ਇੱਕ ਕਾਲ ਸੀ ਤੁਹਾਡੇ ਵੱਲੋਂ ਤੇ ਉਸੇ ਦੌਰਾਨ ਅਮਿਤ ਸ਼ਾਹ ਵੱਲੋਂ ਇੱਕ ਜਿਹੜੀ ਹੈਗੀ ਆ ਹੋਮ ਮਿਨਿਸਟਰ ਸਾਹਿਬ ਵੱਲੋਂ ਇੱਕ ਜਿਹੜੀ ਰੱਖੀ ਜਾਂਦੀ ਆ ਮੀਟਿੰਗ, ਉਸ ਮੀਟਿੰਗ ਦੇ ਵਿੱਚ ਕੀ ਕੁਛ ਹੋਇਆ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਕੋਈ ਪੋਜ਼ੀਟਿਵ ਸਿੱਟਾ ਨਿਕਲਿਆ, ਕੋਈ ਹਾਂ ਪੱਖੀ ਸਿੱਟਾ ਨਿਕਲਿਆ? ਹਾਂਜੀ, ਇਹ ਜੋ ਕੱਲ੍ਹ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ, ਇਹ ਜਥੇਬੰਦੀਆਂ ਵੱਲੋਂ ਪਹਿਲਾ ਪ੍ਰੋਗਰਾਮ ਸੀਗਾ। ਕੁਝ ਦਿਨ ਪਹਿਲਾਂ ਇਹ ਦੇ ਦਿੱਤੀ ਗਈ ਸੀ ਕਿ ਜਦੋਂ 5 ਤਰੀਕ ਨੂੰ ਮੀਟਿੰਗ ਤੋਂ ਬਾਅਦ ਗੱਲਬਾਤ ਟੁੱਟੀ ਹੈ, ਉਹਦੇ ਵਿੱਚ ਜ਼ਿਆਦਾਤਰ ਕੇਂਦਰੀ ਮੰਤਰੀਆਂ ਵੱਲੋਂ, ਖੇਤੀਬਾੜੀ ਮੰਤਰੀ ਤੇ ਰੇਲ ਮੰਤਰੀ ਵੱਲੋਂ ਅਮੈਂਡਮੈਂਟ ਕਰਨ ਨੂੰ ਮੰਨਿਆ ਗਿਆ ਸੀ, ਕਾਨੂੰਨ ਰੱਦ ਕਰਨ ਨੂੰ ਨਹੀਂ ਸੀ ਮੰਨ ਰਹੇ। ਪਰੰਤੂ ਜਥੇਬੰਦੀਆਂ ਜਿਹੜੀਆਂ ਪਿਛਲੇ 4-5 ਮਹੀਨੇ ਤੋਂ ਸੰਘਰਸ਼ ਕਰ ਰਹੀਆਂ, ਉਹ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਵਜਿੱਦ, ਕਿਉਂਕਿ ਇਹਨਾਂ ਕਾਨੂੰਨਾਂ ਦੇ ਵਿੱਚ ਇਕੱਲੇ ਕਿਸਾਨ ਹੀ ਨਹੀਂ, ਮਜ਼ਦੂਰ, ਛੋਟੇ ਵਪਾਰੀ, ਛੋਟੇ ਦੁਕਾਨਦਾਰ, ਹੋਰ ਵਰਗਾਂ ਨਾਲ ਵੀ ਬਹੁਤ ਕੁਛ ਮਾੜਾ ਹੋਣ ਵਾਲਾ ਹੈ। ਕਿਸਾਨੀ ਨਾਲ ਤਾਂ ਹੋਣਾ ਹੀ ਹੋਣਾ ਹੈ। ਕਿਸਾਨੀ ਨਾਲ ਜੁੜੇ ਹੋਏ ਜਿੰਨੇ ਵੀ ਹੋਰ ਬੰਦੇ ਹੈ, ਧੰਦੇ ਹੈ, ਉਹਨਾਂ ਸਾਰਿਆਂ ਲਈ ਇਹ ਬਹੁਤ ਮਾੜੇ ਕਾਨੂੰਨ, ਇਸ ਕਰਕੇ ਇਹਨਾਂ ਨੂੰ ਕਾਲੇ ਕਾਨੂੰਨਾਂ ਦਾ ਨਾਮ ਦਿੱਤਾ ਗਿਆ ਜਥੇਬੰਦੀਆਂ ਵੱਲੋਂ। ਕੱਲ੍ਹ ਜਿਹੜੀ ਗੱਲਬਾਤ ਹੋਈ ਆ ਅਮਿਤ ਸ਼ਾਹ ਦੇ ਨਾਲ, ਜਿਹੜੀ ਉਹਨਾਂ ਨੇ ਮੀਟਿੰਗ ਰੱਖੀ ਸੀ, ਕਿ ਉੱਥੇ ਕੋਈ ਸਹਿਮਤੀ ਹੋਈ, ਕੋਈ ਉੱਥੇ ਥੋੜ੍ਹਾ ਬਹੁਤਾ ਕੋਈ ਸਾਨੂੰ ਸਾਡੇ ਹੱਕ ਦੇ ਵਿੱਚ, ਕਿਸਾਨਾਂ ਦੇ ਹੱਕ ਦੇ ਵਿੱਚ ਜਾਂਦੀ ਗੱਲ ਦਿਖ ਰਹੀ ਹੈ? ਦੇਖੋ, ਜਿਹੜੀ ਕੱਲ੍ਹ ਮੀਟਿੰਗ ਹੋਈ ਹੈ ਭਾਈ, ਉਹ ਮੀਟਿੰਗ ਵਾਸਤੇ ਸੱਦਾ ਆਇਆ ਸੀ ਕੇਂਦਰੀ ਗ੍ਰਹਿ ਮੰਤਰੀ ਵੱਲੋਂ, ਉਹਨਾਂ ਦੇ ਵੱਖ-ਵੱਖ ਬੰਦਿਆਂ ਵਾਸਤੇ ਵੱਲੋਂ ਆਇਆ ਸੀ ਤੇ ਉਹਦੇ ਵਿੱਚ ਫਿਰ 32 ਜਥੇਬੰਦੀਆਂ ਦੀ ਮੀਟਿੰਗ ਹੋਈ। ਉਹ 5 ਬੰਦੇ ਬੁਲਾਉਣਾ ਚਾਹੁੰਦੇ ਸੀ, ਪਰੰਤੂ ਜਥੇਬੰਦੀਆਂ ਨੇ ਆਪਣਾ ਸਲਾਹ ਮਸ਼ਵਰਾ ਕਰਕੇ 13 ਬੰਦੇ ਉੱਥੇ ਭੇਜੇ ਆ। 13 ਬੰਦਿਆਂ ਨੇ ਸਿਰਫ ਗੌਰਮੈਂਟ ਤੋਂ, ਅਮਿਤ ਸ਼ਾਹ ਜੀ ਤੋਂ ਕਿਸਾਨ ਬਿੱਲਾਂ ਸੰਬੰਧੀ ਉਹਨਾਂ ਦੀ ਰਾਏ ਲੈਣੀ ਜਾਣਨੀ ਸੀਗੀ ਕਿ ਕੀ ਉਹ ਇਹਨੂੰ ਰੱਦ ਕਰਦੇ ਹੈ ਜਾਂ ਨਹੀਂ ਕਰਦੇ। ਤੁਹਾਡੇ ਵੱਲੋਂ ਕੀ ਉੱਥੇ ਮੰਗ ਰੱਖੀ ਗਈ ਸੀ? ਸਾਡੇ ਵੱਲੋਂ ਮੰਗ ਇਹ ਰੱਖੀ ਗਈ ਸੀ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਉਹਨਾਂ ਦਾ ਕੀ ਰਿਐਕਸ਼ਨ ਸੀ ਇਹਦੇ 'ਤੇ? ਉਹ ਕਹਿੰਦੇ ਸੀ ਵੀ ਅਸੀਂ ਸੋਧ ਕਰ ਦਿੰਦੇ, ਇਹਨਾਂ ਦੇ ਵਿੱਚ ਅਮੈਂਡਮੈਂਟਸ ਕਰ ਦਿੰਦੇ ਆ, ਇਹ ਰੱਦ ਨਹੀਂ ਕੀਤੇ ਜਾ ਸਕਦੇ। ਸੁਣਨ 'ਚ ਤਾਂ ਇਹ ਵੀ ਆਇਆ ਸੀ ਕਿ ਉਹ 2 ਬਿੱਲ ਜਿਹੜੇ ਹੈਗੇ ਆ ਉਹਨਾਂ ਨੂੰ ਰੱਦ ਕਰਨਾ ਚਾਹੁੰਦੇ ਨੇ ਤੇ ਬਾਕੀ ਬਿੱਲਾਂ ਦੇ ਵਿੱਚ ਕੁਝ ਅਮੈਂਡਮੈਂਟ ਕਰਨ ਦੀ। ਇੱਕ ਬਿੱਲ ਤਾਂ ਜੇ ਆਰਡੀਨੈਂਸ ਆ, ਜੇ ਕਾਨੂੰਨ ਬਣਿਆ ਹੀ ਨਹੀਂ, 2 ਤਾਂ ਜੀ, ਨਾ ਤਾਂ ਪਰਾਲੀ ਵਾਲਾ ਬਣਿਆ 1 ਕਰੋੜ ਜੁਰਮਾਨੇ ਵਾਲਾ, ਔਰ ਨਾ ਹੀ ਬਿਜਲੀ ਐਕਟ ਬਣਿਆ 2020 ਜਿਹੜਾ ਕਮਿਟਮੈਂਟ 2020 ਆ। ਇਹਨਾਂ ਦੀ ਮਿਆਦ 6 ਮਹੀਨੇ ਹੁੰਦੀ ਹੈ। 6 ਜੂਨ ਨੂੰ ਪੇਸ਼ ਹੋਏ ਸੀ ਤੇ 6 ਦਸੰਬਰ ਨੂੰ ਇਹ ਬਿਨਾਂ ਕਿਸੇ ਕਾਰਵਾਈ ਤੋਂ ਆਪਣੇ ਆਪ ਰੱਦ ਹੋ ਗਏ। ਮਸਲਾ ਤਾਂ ਖੇਤੀਬਾੜੀ ਨਾਲ ਜਿਹੜੇ 3 ਕਾਨੂੰਨ ਬਣ ਚੁੱਕੇ ਆ ਉਹਨਾਂ ਦਾ ਜਥੇਬੰਦੀਆਂ ਵੱਲੋਂ ਇਹ ਪੂਰੇ ਰਾਏ ਮਸ਼ਵਰਾ ਕਰਨ ਤੋਂ ਬਾਅਦ ਜੋ 13 ਮੈਂਬਰੀ ਕਮੇਟੀ ਭੇਜੀ ਗਈ ਸੀ, ਉਹਨਾਂ ਨੂੰ ਫੈਸਲਾ ਲੈਣ ਦਾ ਕੋਈ ਹੱਕ ਨਹੀਂ ਸੀ। ਕੇਵਲ ਗੱਲਬਾਤ ਕਰ ਲਈ ਗਈ ਸੀ ਕਿ ਜੇ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਕਿਤੇ ਕੋਈ ਗੱਲ ਆਉਂਦੀ ਹੈ ਤਾਂ ਹੀ ਗੱਲ ਅੱਗੇ ਕੀਤੀ ਜਾ ਸਕਦੀ ਹੈ, ਵਰਨਾ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਸੀ ਕਿ ਉਹ ਇਹਨਾਂ ਬਿੱਲਾਂ ਬਾਰੇ ਕੋਈ ਫੈਸਲਾ ਲੈ ਸਕਣ। ਤੇ ਕੁੱਲ ਮਿਲਾ ਕੇ ਕਹਿ ਸਕਦੇ ਕਿ ਵੀ ਕੱਲ੍ਹ ਦੀ ਗੱਲਬਾਤ ਦਾ ਸਿੱਟਾ ਜਿਹੜਾ ਉਹ ਬੇਸਿੱਟਾ ਹੀ ਰਿਹਾ? ਦੇਖੋ, ਕੱਲ੍ਹ ਦੀ ਜਿਹੜੀ ਸੀਗੀ ਇਹ
ਆਫੀਸ਼ੀਅਲੀ ਨਹੀਂ ਸੀ ਮੀਟਿੰਗ, ਜੀ ਜੀ ਅਨਆਫੀਸ਼ੀਅਲੀ ਮੀਟਿੰਗ ਸੀਗੀ। ਨਹੀਂ, ਇੱਕ ਹੋਰ ਵੀ ਸਵਾਲ ਉੱਠਦਾ ਨਾ, ਅਨਆਫੀਸ਼ੀਅਲੀ ਮੀਟਿੰਗ ਹੈ ਜਿਹੜਾ, ਇੱਕ ਹੋਰ ਸਵਾਲ ਉੱਠਦਾ ਹੈ ਕਿ ਇੱਕਦਮ ਜਿਹੜੀ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਇੱਕਦਮ ਉਹ ਵੀ ਰਾਤ ਨੂੰ ਅਚਾਨਕ ਜਿਹੜੀ ਆ ਮੀਟਿੰਗ ਬੁਲਾ ਲੈਣੀ, ਇਹਦੇ ਪਿੱਛੇ ਕਾਰਨ ਤੁਹਾਨੂੰ ਕੀ ਲੱਗਦਾ, ਕੀ ਕਾਰਨ ਹੋ ਸਕਦਾ? ਦੇਖੋ ਮਸਲਾ ਇਹ ਸੀਗਾ, ਕੀ ਇਹ ਸਰਕਾਰਾਂ ਡਰ ਗਈਆਂ ਤਾਂ? ਸਰਕਾਰਾਂ ਨੂੰ ਇਹ ਡਰ ਸੀਗਾ ਕਿ ਭਾਰਤ ਬੰਦ ਦਾ ਸੱਦਾ ਵਾਪਸ ਲਿਆ ਜਾਵੇ। ਅਸੀਂ ਜਥੇਬੰਦੀਆਂ ਵੱਲੋਂ ਕਿਹਾ ਕਿ ਨਹੀਂ, ਜੋ ਅਸੀਂ ਫੈਸਲਾ ਪਹਿਲਾਂ ਕਰ ਚੁੱਕੇ ਆ ਜੀ, ਉਹ ਪਹਿਲਾਂ ਹੋ ਗਿਆ ਸੀ ਭਾਰਤ ਬੰਦ ਦਾ, ਤੇ ਗ੍ਰਹਿ ਮੰਤਰੀ ਵੱਲੋਂ ਜੋ ਕਾਲ ਆਈ ਸੀਗੀ ਉਹ ਆਈ ਸੀਗੀ ਇੱਕ ਦਿਨ ਪਹਿਲਾਂ, ਔਰ ਜਿਹਦੇ ਵਿੱਚ ਜਥੇਬੰਦੀਆਂ ਵੱਲੋਂ ਰਾਏ ਮਸ਼ਵਰਾ ਇਹ ਕੀਤਾ ਗਿਆ ਕਿ ਜਾਣਾ ਚਾਹੀਦਾ। ਨਹੀਂ, ਇੱਕ ਦਿਨ ਪਹਿਲਾਂ ਮੈਂ ਤੁਹਾਨੂੰ ਇੱਥੇ ਟੋਕ ਰਹੀ ਹਾਂ, ਇੱਕ ਦਿਨ ਪਹਿਲਾਂ ਭਾਰਤ ਬੰਦ ਕਾਲ ਤੋਂ ਪਹਿਲਾਂ ਜਾਂ ਬਾਅਦ 'ਚ? ਭਾਰਤ ਬੰਦ ਦੀ ਕਾਲ ਤਾਂ ਬੇਟੀ ਪਹਿਲਾਂ ਦੇ ਚੁੱਕੀ ਸੀ। ਅੱਛਾ ਜੀ। ਤਕਰੀਬਨ ਇੱਕ ਹਫ਼ਤਾ ਪਹਿਲਾਂ ਇਹ ਜਿਹੜਾ ਕਾਲ ਹੈ ਉਹਦਾ ਸੱਦਾ ਆਇਆ ਸੀਗਾ, ਉਹ ਆਇਆ ਸੀ ਕਿ 8 ਤਰੀਕ ਨੂੰ ਜੀ। ਫਿਰ ਇਹਦੇ ਵਿੱਚ ਵੀ ਅਰਜੈਂਟ ਐਮਰਜੈਂਸੀ ਮੀਟਿੰਗ ਕਰਨੀ ਪਈ ਜਥੇਬੰਦੀਆਂ ਨੂੰ, ਔਰ ਇੱਕ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜਾਣਾ ਚਾਹੀਦਾ ਹੈ, ਕਿਉਂਕਿ ਕੱਲ੍ਹ ਨੂੰ ਇਹ ਨਾ ਕਹਿਣ ਗ੍ਰਹਿ ਮੰਤਰੀ ਸਾਹਿਬ ਕਿ ਮੈਂ ਬੁਲਾਏ ਸੀ, ਆਇਆ ਨਹੀਂ ਫਿਰ। ਔਰ ਜਾ ਕੇ ਉਹਨਾਂ ਨੂੰ ਜਦੋਂ ਗੱਲਬਾਤ ਕੀਤੀ, ਉਹ ਆਪਣੀ ਅਮੈਂਡਮੈਂਟ ਤੇ ਖੜੇ ਆ, ਅਸੀਂ ਰੱਦ ਕਰਾਉਂਗੇ, ਕਿਉਂਕਿ ਅਸੀਂ ਫੈਸਲਾ ਕਰ ਚੁੱਕੀਆਂ ਜਥੇਬੰਦੀਆਂ ਕਿ ਕਾਨੂੰਨ ਰੱਦ ਕਰਾਉਣ ਤੋਂ ਹੇਠਾਂ ਕੋਈ ਗੱਲਬਾਤ ਨਹੀਂ ਕੀਤੀ। ਤੇ ਅੱਜ ਦੀ ਜਿਹੜੀ 9 ਤਰੀਕ ਦੀ ਮੀਟਿੰਗ ਰੱਖੀ ਗਈ ਸੀ, ਆਫੀਸ਼ੀਅਲ ਮੀਟਿੰਗ ਰੱਖੀ ਗਈ ਸੀਗੀ, ਇਸੇ ਕਰਕੇ ਬੇਟੀ ਰੱਦ ਕੀਤੀ ਗਈ ਹੈ ਕਿ ਜਦੋਂ ਰਾਤ ਤੇ ਕਲੀਅਰ ਹੋ ਗਈ ਇਹ ਗੱਲ, ਕਿ ਅੱਜ ਫਿਰ ਮੀਟਿੰਗ ਕਰਨ ਦਾ ਕੀ ਫਾਇਦਾ। ਜੀ ਜੀ। ਜਦੋਂ ਰਾਤ ਤੇ ਗੱਲ ਤੇ ਫੈਸਲਾ ਹੋ ਗਿਆ ਕਿ ਅਸੀਂ ਅਮੈਂਡਮੈਂਟ ਕਰਾਂਗੇ ਔਰ ਅਸੀਂ ਰੱਦ ਨਹੀਂ ਕਰਾਂਗੇ, ਤੇ ਜਥੇਬੰਦੀਆਂ ਨੇ ਰਾਤ ਆ ਕੇ 11 ਵਜੇ ਤੋਂ ਬਾਅਦ ਮੀਟਿੰਗ ਕੀਤੀ ਹੈ, ਅੱਜ ਫੈਸਲਾ ਲਿਆ ਗਿਆ ਕਿ 9 ਵਾਲੀ ਮੀਟਿੰਗ ਰੱਦ ਹੈ, ਉਹਦੇ 10 ਦਾ ਸੱਦਾ ਦਿੱਤਾ ਗਿਆ ਵੀ 10 ਨੂੰ ਕਰੋ, 10 ਵਾਲੀ ਮੀਟਿੰਗ ਵੀ ਰੱਦ ਕਰ ਦਿੱਤੀ ਹੈ। ਹੁਣ ਅਗਲਾ ਫੈਸਲਾ ਜੋ ਜਥੇਬੰਦੀਆਂ ਮੀਟਿੰਗ ਕਰਨ ਤੋਂ ਬਾਅਦ ਜੋ ਵੀ ਹੋਏਗਾ ਉਹਦੇ ਬਾਅਦ ਹੁਣ ਫਰਦਰ ਜਿਹੜੀ ਅਗਲੀ ਰਣਨੀਤੀ ਹੋਵੇਗੀ ਤੁਹਾਡੀ ਕਿਸਾਨ ਜਥੇਬੰਦੀਆਂ ਦੀ, ਆਗੂਆਂ ਦੀ, ਉਹ ਕੀ ਰਹੇਗੀ? ਕਿਉਂਕਿ ਸਰਕਾਰ ਤਾਂ ਮੰਨ ਨਹੀਂ ਰਹੀ, ਸਰਕਾਰ ਤਾਂ ਟਸ ਤੋਂ ਮਸ ਨਹੀਂ ਹੋ ਰਹੀ। ਉਹ ਕਹਿੰਦੇ ਵੀ ਕਾਨੂੰਨ ਸਹੀ ਹੈ, ਤੁਹਾਨੂੰ ਬਾਰ-ਬਾਰ ਕਹਿ ਰਹੇ ਨੇ ਕਾਨੂੰਨ ਸਹੀ ਹੈ, ਇਹਨਾਂ ਦੇ ਵਿੱਚ ਕੋਈ ਕਿਸਾਨ ਦੇ ਵਿਰੋਧ ਦੇ ਵਿੱਚ ਲਿਖੀ ਹੋਈ ਗੱਲ ਨਹੀਂ ਹੈ। ਇਹ ਵੀ ਕਹਿ ਰਹੇ ਨੇ ਕਿ ਕਾਨੂੰਨਾਂ ਦੇ ਵਿੱਚ ਅਮੈਂਡਮੈਂਟ ਵੀ ਕਰ ਦਿੰਦੇ ਆ, ਵੀ ਮੰਨ ਵੀ ਰਹੇ ਨੇ ਜਿਹੜੇ ਆਪਣੇ ਤੋਮਰ ਸਾਹਿਬ ਹੈ ਕਿ ਕਾਨੂੰਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀਆਂ ਜ਼ਰੂਰ ਹੈਗੀਆਂ। ਕੱਲ੍ਹ ਦੀ ਜਿਹੜੀ ਮੀਟਿੰਗ ਸਪੈਸ਼ਲ ਰੱਖੀ ਗਈ ਆ, ਅਚਾਨਕ ਬੁਲਾਈ ਗਈ, ਉਹ ਵੀ ਬੇਸਿੱਟਾ ਨਿਕਲੀ ਆ। ਹੁਣ ਅੱਗੇ ਤੁਹਾਨੂੰ ਫਰਦਰ ਕੀ ਲੱਗਦਾ ਹੈ ਕਿ ਇਹ ਕਾਨੂੰਨ ਰੱਦ ਹੋਣਗੇ ਜਾਂ ਕਿਸਾਨਾਂ ਨੂੰ ਇੱਥੋਂ ਵਾਪਸ ਜਾਣਾ ਪਏਗਾ, ਜਾਂ ਕੀ ਫਰਦਰ ਕੀ ਰਣਨੀਤੀ ਹੋਵੇਗੀ? ਕੀ ਉਹਨਾਂ ਦੀ ਕੋਈ ਹੋਰ ਵੀ ਮਨਸ਼ਾ ਹੈਗੀ ਇਸ ਤੋਂ ਇਲਾਵਾ, ਜਾਂ ਅੱਜ ਜਿਹੜੀ ਮੀਟਿੰਗ ਤੁਹਾਡੇ ਵੱਲੋਂ ਰੱਦ ਕਰ ਦਿੱਤੀ ਗਈ, ਉਹਨਾਂ ਦੇ ਨਾਲ ਵੀ ਨਹੀਂ ਕਰਨੀ, ਕੈਂਸਲ ਕਰ ਦਿੱਤੀ ਗਈ ਆ, ਉਹਦੇ ਵਾਸਤੇ ਕੋਈ ਉਹਨਾਂ ਨੇ ਫਿਰ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਮੀਟਿੰਗ ਕਰੀਏ ਜਾਂ ਕੋਈ ਇਹਦੇ ਪੋਜ਼ੀਟਿਵ ਸਿੱਟੇ ਕੱਢੀਏ ਜਾਂ ਕੋਈ ਟੇਬਲ ਟਾਕ ਕਰਕੇ ਇਹਦਾ ਹੱਲ ਕੱਢੀਏ? ਦੇਖੋ, ਕੱਲ੍ਹ ਦੀ ਮੀਟਿੰਗ ਜਦੋਂ ਰੱਦ ਹੋਈ ਹੈ ਤਾਂ ਅੱਜ ਕੇਂਦਰੀ ਕੈਬਨਿਟ ਦੀ ਮੀਟਿੰਗ 11 ਵਜੇ ਹੋ ਚੁੱਕੀ ਜੀ। ਉਹਦਾ ਅਜੇ ਸਾਨੂੰ ਪੱਕਾ ਪਤਾ ਫੈਸਲੇ ਦਾ ਨਹੀਂ ਲੱਗਿਆ ਕਿ ਉਹ 'ਚ ਕੀ ਹੋਇਆ। ਸਾਨੂੰ ਉਮੀਦ ਹੈ ਸੂਤਰਾਂ ਤੋਂ ਪਤਾ ਲੱਗਿਆ ਕਿ ਜ਼ਿਆਦਾਤਰ ਚਰਚਾ ਜਿਹੜੀ ਹੋਈ ਹੈ ਉਹ ਖੇਤੀਬਾੜੀ ਕਾਨੂੰਨਾਂ 'ਤੇ ਹੀ ਹੋਈ ਹੈ। ਗੌਰਮੈਂਟ ਦੀ ਨੀਤ ਸਾਫ਼ ਨਹੀਂ, ਇਹ ਗੱਲ ਮੰਨਣੀ ਪਵੇਗੀ। ਪਹਿਲਾਂ ਉਹ ਕਹਿੰਦੇ ਸੀ ਕਿ ਕਾਨੂੰਨ ਬੜੇ ਹੱਕ 'ਚ ਹੈ। ਜਦੋਂ ਉਹਨਾਂ ਨੂੰ ਮੈਂ ਤੁਹਾਨੂੰ ਇੱਕ ਬੜੀ ਗੱਲ ਦੱਸਣੀ ਚਾਹੁੰਦਾ ਬੇਟਾ, ਜਦੋਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਉਹਨਾਂ ਨੂੰ ਕਾਨੂੰਨ ਬਾਰੇ ਪੜ੍ਹ ਕੇ ਸੁਣਾਇਆ ਤਾਂ ਉਹਨਾਂ ਨੂੰ ਮੰਨਣਾ ਪੈ ਗਿਆ ਕਿ 9 ਅਮੈਂਡਮੈਂਟ ਕਰਦੇ ਨੂੰ ਮੰਨਦੇ ਆ, 9 ਅਮੈਂਡਮੈਂਟ ਤੋਂ ਕਰਦੇ ਨੂੰ ਮੰਨਦੇ ਆ। ਪਹਿਲਾਂ ਉਹ ਕਹਿੰਦੇ ਹੱਕ 'ਚ ਬਹੁਤ ਹੈ। ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਚਲੋ ਇੱਕ ਲਾਈਨ ਦੱਸੋ ਤੁਸੀਂ ਕਿਹੜੀ ਹੱਕ 'ਚ, 26 ਪੇਜ ਦੇ 3 ਕਾਨੂੰਨ ਹੈ, ਉਹਨਾਂ ਦੇ ਵਿੱਚੋਂ 9 ਅਮੈਂਡਮੈਂਟਾਂ ਕਰਨੀਆਂ ਆਪਣੇ ਆਪ ਮੰਨ ਰਹੇ ਹੈ। ਪਰੰਤੂ ਅਸੀਂ ਇਹ ਚਾਹੁੰਦੇ ਹਾਂ ਕਿ ਅਮੈਂਡਮੈਂਟਸ ਨਾਲੋਂ ਇਹ ਕਾਨੂੰਨ ਰੱਦ ਕੀਤੇ ਜਾਣ। ਜੇ ਕੋਈ ਨਵਾਂ ਕਾਨੂੰਨ ਲਿਆਉਣਾ ਚਾਹੁੰਦੇ ਆ ਤਾਂ ਕਿਸਾਨ ਜਥੇਬੰਦੀਆਂ ਦੀ ਅਤੇ ਖੇਤੀ ਮਾਹਰਾਂ ਦੀ ਰਾਏ ਨਾਲ ਜੋ ਪੁਰਾਣਾ ਸਿਸਟਮ ਚੱਲ ਰਿਹਾ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਨਵਾਂ ਕਾਨੂੰਨ ਲਿਆਇਆ ਜਾ ਸਕਦਾ ਹੈ। ਫਿਲਹਾਲ ਪਹਿਲਾਂ ਇਹ ਕਾਨੂੰਨ ਰੱਦ ਕੀਤਾ। ਇੱਕ ਹੋਰ ਜਿਹੜਾ ਇਹਨਾਂ ਨੇ 20 ਬੰਦੇ ਜਿਹੜੇ ਆਪਣੇ
ਹਰਿਆਣਾ ਦੀ ਕਿਸਾਨ ਜਥੇਬੰਦੀਆਂ ਦੇ ਜਿਹੜੇ ਹੈਗੇ ਨੇ ਉਹ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ। ਉਹ ਕਹਿ ਰਹੇ ਨੇ ਕਿ ਠੀਕ ਹੈ ਵੀ ਜਿਹੜੇ ਇਹ ਉਹਨਾਂ ਦੇ ਕੋਲ ਪਹੁੰਚੇ ਨੇ, ਉਹਨਾਂ ਦੇ ਨਾਲ ਮੀਟਿੰਗ ਹੋਈ ਸੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਉਹ ਖਰੀਦੇ ਜਾ ਚੁੱਕੇ ਨੇ ਜਾਂ ਉਹ ਜਿਹੜਾ ਉਹਨਾਂ ਦੀ ਸਰਕਾਰ ਦੀ ਭਾਸ਼ਾ ਬੋਲਦੇ ਨੇ, ਸੈਂਟਰ ਦੀ ਭਾਸ਼ਾ ਬੋਲਦੇ ਨੇ? ਉਹਦੇ ਬਾਰੇ ਥੋੜ੍ਹਾ ਜਿਹਾ ਆਪਣਾ ਵਿਸਥਾਰ। ਕੇਂਦਰੀ ਸਰਕਾਰ ਇਸ ਅੰਦੋਲਨ ਨੂੰ ਤਾਰ-ਪੀੜੋ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ ਜੀ। ਬਹੁਤ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ। ਉਹਨਾਂ ਗੱਲਾਂ ਦੇ ਵਿੱਚ ਇੱਕ ਗੱਲ ਇਹ ਵੀ ਹੈ ਕਿ ਹਰਿਆਣੇ ਤੋਂ ਕੁਝ ਗੌਰਮੈਂਟ ਪੱਖੀ ਜਥੇਬੰਦੀਆਂ, ਕੱਲ੍ਹ ਨਾਂ ਵੀ ਅਲੱਗ-ਅਲੱਗ ਸੁਣੇ, ਉਹਨਾਂ ਦੇ ਨਾਂ ਨਹੀਂ ਸੁਣੇ ਕਦੇ, ਉਹਨਾਂ ਦੁਆਰਾ ਇੱਕ ਮੰਗ ਪੱਤਰ ਲਿਆ ਗਿਆ ਕਿ ਇਹ ਕਾਨੂੰਨ ਰੱਦ ਨਾ ਕੀਤੇ ਜਾਣ। ਪਰੰਤੂ ਜਿਹੜੀਆਂ 40 ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਦੇਸ਼ ਲੈਵਲ ਦੀਆਂ, ਉਹਨਾਂ ਦੇ ਵਿੱਚ ਉਹਨਾਂ ਦਾ ਕੋਈ ਨਾਂ ਨਹੀਂ ਆਉਂਦਾ, ਨਾ ਕੋਈ ਸਾਡੇ ਨਾਲ ਤਾਲਮੇਲ ਹੈ, ਨਾ ਹੀ ਅਸੀਂ ਉਹਨਾਂ ਨੂੰ ਜਥੇਬੰਦੀਆਂ ਦਾ ਦਰਜਾ ਦੇ ਰਹੇ। ਉਹ ਤਾਂ ਵੱਖ-ਵੱਖ ਤਰ੍ਹਾਂ ਦੇ ਗਰੁੱਪ ਹੈ ਜੋ ਕਿ ਸਰਕਾਰੀ ਬੋਲੀ ਬੋਲ ਰਹੇ। ਸਰਕਾਰ ਕਰਦੀ ਹੁੰਦੀ ਇਸ ਤਰ੍ਹਾਂ ਦੇ, ਸਰਕਾਰ ਅੰਦੋਲਨਾਂ ਨੂੰ ਤਾਰ-ਪੀੜੋ ਕਰਨ ਲਈ ਜਥੇਬੰਦੀਆਂ ਦਾ ਕੀ ਹੋਰ ਪਤਾ ਨਹੀਂ ਕੀ ਹੋਏਗਾ। ਪਰੰਤੂ 40 ਜਥੇਬੰਦੀਆਂ ਦਾ ਇੱਕ ਫੈਸਲਾ ਹੋ ਚੁੱਕਿਆ, ਸਰਬਸੰਮਤੀ ਨਾਲ ਫੈਸਲਾ, ਇਹ ਕਾਨੂੰਨ ਰੱਦ ਕੀਤੇ ਬਿਨਾਂ ਜਥੇਬੰਦੀਆਂ ਵੱਲੋਂ ਕੋਈ ਵੀ ਫੈਸਲਾ ਨਹੀਂ। ਕੁੱਲ ਮਿਲਾ ਕੇ ਕਹਿ ਸਕਦੇ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੇ 3 ਕਾਨੂੰਨ, ਕਾਲੇ ਕਾਨੂੰਨ ਜਿਨ੍ਹਾਂ ਨੂੰ ਕਹਿ ਸਕਦੇ ਆ, ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੇ, ਉਹ ਪਾਸ ਕੀਤੇ ਗਏ ਸੈਂਟਰ ਗੌਰਮੈਂਟ ਵੱਲੋਂ, ਉਹਨਾਂ ਨੂੰ ਰੱਦ ਕਰਾਉਣ ਵਾਸਤੇ ਇਹ ਜਥੇਬੰਦੀਆਂ ਅੜੀਆਂ ਹੋਈਆਂ ਨੇ। ਕੱਲ੍ਹ ਜਿਹੜੀ ਹੈ ਇੱਥੋਂ ਦੇ ਹੋਮ ਮਿਨਿਸਟਰ ਦੇ ਨਾਲ, ਅਮਿਤ ਸ਼ਾਹ ਦੇ ਨਾਲ ਜਿਹੜੀ ਮੀਟਿੰਗ ਹੋਈ ਆ, ਅਚਾਨਕ ਮੀਟਿੰਗ ਜਿਹੜੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿਸਾਨਾਂ ਦਾ ਕਿ ਜਿਹੜੀ ਭਾਰਤ ਬੰਦ ਦੀ ਕਾਲ ਸੀਗੀ ਇਹ 1 ਹਫ਼ਤਾ ਪਹਿਲਾਂ ਦਿੱਤੀ ਗਈ ਸੀਗੀ। ਅਚਾਨਕ ਅਮਿਤ ਸ਼ਾਹ ਜਿਹੜੀ ਹੈਗੀ ਆ ਉਹਨਾਂ ਨੂੰ ਇੱਕ ਮੀਟਿੰਗ ਦੇ ਵਿੱਚ ਬੁਲਾਉਂਦੇ ਨੇ, ਪਰ ਉਹ ਵੀ ਬੇਸਿੱਟਾ ਨਿਕਲਦੀ ਆ। ਕਿਤੇ ਨਾ ਕਿਤੇ ਇਹਨਾਂ ਨੂੰ ਇਹ ਵੀ ਖਦਸ਼ਾ ਹੈ ਕਿਸਾਨਾਂ ਨੂੰ। ਇਹ ਕਹਿ ਰਹੇ ਨੇ ਕਿ ਜਿਹੜਾ ਉਹਨਾਂ ਨੇ ਅਚਾਨਕ ਬੁਲਾਇਆ ਔਰ ਇਹ ਕਿਹਾ ਕਿ 5 ਮੈਂਬਰੀ ਕਮੇਟੀ ਹੀ ਸਾਡੇ ਕੋਲ ਆਵੇ, 5 ਮੈਂਬਰ ਹੀ ਸਾਡੇ ਕੋਲ ਆਉਣ ਸਾਰੇ ਜਥੇਬੰਦੀਆਂ ਦੇ ਵਿੱਚੋਂ, ਇਹ ਵੀ ਕਿਤੇ ਨਾ ਕਿਤੇ ਸ਼ੰਕਾ ਦੇ ਘੇਰੇ ਦੇ ਵਿੱਚ ਇਹ ਦੱਸ ਰਹੇ ਨੇ ਕਿ ਹੈਗਾ ਕਿ ਉਹ ਸੈਂਟਰ ਗੌਰਮੈਂਟ ਕਿਸਾਨਾਂ ਨੂੰ ਤਾਰ-ਪੀੜੋ ਕਰਨ 'ਤੇ ਲੱਗੀ ਹੋਈ, ਆਪਸ ਵਿੱਚ ਪਾੜ ਕੇ ਅੰਦੋਲਨ ਨੂੰ ਤਾਰ-ਪੀੜੋ ਕਰਨ 'ਤੇ ਲੱਗੀ ਹੋਈ ਆ। ਪਰ ਇਹ ਵੀ ਇੱਥੇ ਦੇਖਣ ਨੂੰ ਮਿਲ ਰਿਹਾ ਕਿ ਕਿਸਾਨਾਂ ਦੇ ਵਿੱਚ ਏਕਾ ਬਹੁਤ ਹੈ, ਏਕੀਕਰਨ, ਔਰ ਇਹ ਜਿਹੜੀ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਉਹ ਹਰਬਾ ਵਰਤਣ ਦਾ ਜਿਹੜਾ ਕੋਸ਼ਿਸ਼ ਕਰਦੇ ਆ ਉਹ ਹਰ ਵਾਰ ਫੇਲ ਹੋ ਰਹੀ ਆ। ਸੋ ਆਖਰੀ ਸਵਾਲ ਇਹ ਹੈ ਕਿ ਕੱਲ੍ਹ ਜਿਹੜਾ ਭਾਰਤ ਬੰਦ ਦਾ ਜਿਹੜਾ ਆਪਾਂ ਸੱਦਾ ਦਿੱਤਾ ਸੀ ਤੁਸੀਂ ਕਿਸਾਨ ਜਥੇਬੰਦੀਆਂ ਨੇ, ਉਹਦੇ ਹੰਗਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਭਰਵਾਂ ਹੰਗਾਰਾ ਮਿਲਿਆ, ਉਹਦੇ ਤੋਂ ਥੋੜ੍ਹਾ ਬਹੁਤਾ ਜਿਹੜੀ ਆ ਇਹਨਾਂ ਨੂੰ ਕੰਨ 'ਤੇ ਜੂੰ ਸਰਕੀ ਆ ਸੈਂਟਰ ਗੌਰਮੈਂਟ ਦੇ, ਕਿ ਜਿਉਂ ਦੀ ਤਿਉਂ ਹੀ ਆ ਆਪਣਾ ਅੜੀ ਵਾਲਾ ਰਵੱਈਆ ਜਿਹੜਾ ਛੱਡ ਨਹੀਂ ਰਹੀ ਗੌਰਮੈਂਟ? ਦੇਖੋ, ਪਹਿਲਾਂ ਜੋ ਅੰਦੋਲਨ ਚੱਲਿਆ ਉਹ ਕਦੇ ਪੰਜਾਬ ਵਿੱਚ ਚੱਲਿਆ ਸੀ ਜੀ, ਪੰਜਾਬ ਵੱਲੋਂ ਹੀ ਅਗਵਾਈ ਕੀਤੀ ਗਈ ਇਸ ਅੰਦੋਲਨ ਦੀ ਜੀ। ਬਾਅਦ ਵਿੱਚ ਹਰਿਆਣੇ ਦੇ ਨਾਲ, ਹਰਿਆਣੇ ਦੀਆਂ ਜਥੇਬੰਦੀਆਂ ਨਾਲ, ਯੂਪੀ ਦੀਆਂ ਜਥੇਬੰਦੀਆਂ ਨਾਲ, ਦੇਸ਼ ਦੀਆਂ ਹੋਰ ਵੱਖ-ਵੱਖ ਸਟੇਟਾਂ ਦੀਆਂ ਜਥੇਬੰਦੀਆਂ ਦਾ ਤਾਲਮੇਲ ਕਰਕੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਪੂਰੀ ਤਰ੍ਹਾਂ ਸਫਲ ਹੋਇਆ। ਪੰਜਾਬ ਵਿੱਚ ਇਹਨੂੰ ਇੰਨਾ ਹੁੰਗਾਰਾ ਮਿਲਿਆ ਹੈ ਕਿ ਪੰਜਾਬ ਦੀ ਸਾਰੀ ਲੀਡਰਸ਼ਿਪ ਤਾਂ ਦਿੱਲੀ ਬੈਠੀ ਹੈ, ਇੰਨੀਆਂ ਜਥੇਬੰਦੀਆਂ ਇਹਨਾਂ ਦੇ ਮੇਨ ਲੀਡਰਸ਼ਿਪ ਦਿੱਲੀ ਹੈ, ਪਰੰਤੂ ਪੰਜਾਬ ਦੇ ਵਿੱਚ ਜੋ ਸੜਕਾਂ ਜਿੱਥੇ ਟੋਲ ਜਾਂ ਰੁਕੇ ਗਏ ਹੈ, ਅੱਗੇ ਨਾਲੋਂ ਗਿਣਤੀ ਬਹੁਤ ਵਧੀ ਹੈ ਜੋ ਸਾਡੇ ਕੋਲ ਰਿਪੋਰਟਾਂ ਹੋਈ ਹੈ। ਔਰ ਦੁਕਾਨਦਾਰ ਵੀਰਾਂ ਨੇ, ਛੋਟੇ ਵਪਾਰੀਆਂ ਦਾ ਬਹੁਤ ਬੜਾ ਸਹਿਯੋਗ ਮਿਲਿਆ, ਟੈਕਸੀ ਯੂਨੀਅਨ ਦਾ, ਟਰੱਕ ਯੂਨੀਅਨ ਦਾ, ਜਿਨ੍ਹਾਂ ਨੇ ਕਿ ਹਰੇਕ ਨੇ ਬਣਦਾ ਯੋਗਦਾਨ ਪਾਇਆ ਔਰ ਆਪਣੇ ਆਪ ਬਿਨਾਂ ਕਿਸੇ ਦੇ ਕਹੇ ਤੋਂ ਸਿਰਫ ਟੈਲੀਫੋਨ ਦੇ ਅਸੀਂ ਮੈਸੇਜ ਲਾਏ ਸੀ, ਟੈਲੀਫੋਨ ਦੇ ਮੈਸੇਜ 'ਤੇ ਭਾਰਤ ਬੰਦ ਨੂੰ ਸਫਲ ਬਣਾਤਾ। ਔਰ ਇਹ ਸਰਕਾਰ ਦੇ ਮੂੰਹ 'ਤੇ ਬਹੁਤ ਬੜੀ ਚੜਾਈ ਪੇੜ ਹੈ, ਸਰਕਾਰ ਨੂੰ ਸਮਝਣਾ ਚਾਹੀਦਾ ਹੈ। ਸ਼ਾਇਦ ਇਸੇ ਕਰਕੇ ਅੱਜ ਮੋਦੀ ਗੌਰਮੈਂਟ ਵੱਲੋਂ, ਕੇਂਦਰੀ ਸਰਕਾਰ ਵੱਲੋਂ ਅੱਜ ਕੈਬਨਿਟ ਦੀ ਮੀਟਿੰਗ ਜਿਹੜੀ ਹੈ ਸੱਦੀ ਗਈ ਹੈ, ਉਹਦਾ ਫੈਸਲਾ ਤਾਂ ਜੇ ਪਤਾ ਨਹੀਂ ਕੀ ਆਇਆ, ਕਿਉਂਕਿ ਜ਼ਿਆਦਾਤਰ ਅਸੀਂ ਇਹ ਸੋਚ ਰਹੇ ਹਾਂ ਕਿ ਇਹਨਾਂ ਬਿੱਲਾਂ ਬਾਰੇ ਜਿਹੜੀ ਡਿਸਕਸ਼ਨ ਹੋਈ ਹੋਊਗੀ ਫੌਜ ਦੇ ਆਉਣ ਵਾਲੇ ਸਮੇਂ ਵਾਰ-ਵਾਰ ਪੁੱਛਣਾ ਕਿ ਅਗਲੀ ਰਣਨੀਤੀ ਕੀ ਹੋਵੇਗੀ, ਕਿਸ ਤਰ੍ਹਾਂ ਸਰਕਾਰ ਦਾ ਰਵੱਈਆ ਹੋਵੇਗਾ। ਉਸ ਹਰ ਰੋਜ਼ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਹੈ ਔਰ ਉਹਦੇ ਵਿੱਚ ਸੰਘਰਸ਼ ਤਿੱਖਾ ਕਰਨ ਦੀ ਜਿਹੜੀ ਹੈਗੀ ਹੈ ਉਹ ਰਣਨੀਤੀ ਬਣਾਈ ਜਾਏਗੀ। ਉਹ ਕੀ ਬਣਾਈ ਜਾਏਗੀ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਸਕਦਾ, ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਤੁਹਾਡੇ ਸਾਹਮਣੇ ਰੱਖੀ ਜਾਊਗੀ ਔਰ ਸਰਕਾਰ 'ਤੇ ਦਬਾਅ ਬਣਾਇਆ ਜਾਏਗਾ, ਹਰ ਤਰ੍ਹਾਂ ਦਾ ਦਬਾਅ ਬਣਾਇਆ ਜਾਏਗਾ ਤਾਂ ਕਿ ਸਰਕਾਰ ਕੋਲੋਂ ਇਹ ਕਾਲੇ ਕਾਨੂੰਨ ਰੱਦ
ਸੋ ਇਹ ਸਨ ਸਰਦਾਰ ਤਲਵਿੰਦਰ ਸਿੰਘ ਜੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਮੀਤ ਸੂਬਾ ਪ੍ਰਧਾਨ, ਜਿਨ੍ਹਾਂ ਨੇ ਬੜੇ ਹੀ ਸਟੱਡੀ ਢੰਗ ਨਾਲ ਵਧੀਆ ਤਰੀਕੇ ਦੇ ਨਾਲ ਸਾਨੂੰ ਇੱਥੋਂ ਦੇ ਹਾਲਾਤ ਜਿਹੜੇ ਦੱਸਿਆ ਕੱਲ੍ਹ ਦੇ ਅਤੇ ਅੱਜ ਦੇ। ਇਹਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਜਿਹੜੀ ਆਪਣੀ ਹਉਮੈ ਨਹੀਂ ਛੱਡ ਰਹੀ ਔਰ ਅੜੀਅਲ ਰਵੱਈਆ ਜਿਹੜਾ ਉਹਨੇ ਅਪਣਾਇਆ ਹੋਇਆ। ਦੂਜੇ ਪਾਸੇ ਕਿਸਾਨਾਂ ਨੇ ਵੀ ਮੋਰਚਾ ਜਿਹੜਾ ਪੱਕੇ ਤੌਰ 'ਤੇ ਦਿੱਲੀ ਦੇ ਵਿੱਚ ਲਾਇਆ ਹੋਇਆ ਕਿ ਅਸੀਂ ਆਪਣੇ ਹੱਕ ਲਏ ਬਗੈਰ ਇੱਥੋਂ ਨਹੀਂ ਜਾਣਾ, ਕਿਸੇ ਵੀ ਕੀਮਤ 'ਤੇ ਨਹੀਂ ਜਾਵਾਂਗੇ। ਸੋ ਅਗਲੀ ਅਪਡੇਟ ਦੇ ਨਾਲ ਕੈਮਰਾਮੈਨ ਪਰਮਜੀਤ ਕੌਰ, ਜਲੰਧਰ ਤੋਂ, TV ਪਿਸ਼ਕਈਏ TV ਚੈਨਲ।